चरण तोए तोए पियो अर प्रसाद का अपना जियो। साध की तूर करो स्नान, साधी ऊपर जाइए कुर्बान। साध सेवा बड़ भागी पाइए, साध संग हर कीर्तन गाइए। अनक बिघन ते साधु रखै, हर गुण गाए अमृत रस चखै। ओट गही संत दर आया, सर्व सुख नानक तै पाया। हवाया दूरों चल गए, मैं तकी तो सरनाए जियो। मैं आशा रखी चित में, मेरा सब दुख गवाए जियो। ज़ारा ज़हूर हाजरा हजूर, सर्व कला भरपूर समर्थ गुरु लोक परलोक दे रख्यक भगत वशल। प्रतख गुरु शब्द गुरु दसां पातशाहियां दी जोत। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी धनता दे योग। वडभागे हो सतगुरु जी ने दया की है, जीवन दे रहिंदे सवास सफल करन दा मौका बख्शिया। शुक्र है सतगुरु श्री गुरु ग्रंथ साहिब महाराज जी आप जी ने उद्दम तंदुरुस्तियां चढ़दियां कलां दी बख्शिश की है। तां ही आप जी दी गोद विच असीं आकर के बैठे हाँ और आप जी दा नाम रस आप जी दी बाणी शब्द विचार द्वारा प्राप्त कर रहे हाँ। सो गुरु प्यारी साध संगत जी, वडभागी साध संग प्राप्त तिन भेटत दुरमत खोई। संगत बहुत महान है, बड़िया भागां दे नाल मिलदी है, बड़े भागां दे नाल मिलदी है। ये गल्लां नहीं हन, ये सच्चाई है, ये बिल्कुल रियलिटी है। संगत जिहड़ी है बहुत बहुत बड़े भागां दे नाल मिलदी है, सब नूं नहीं मिलदी। सो जिसनों मिल गई है उहदे भाग ने, जिसनों नहीं मिली उहदी अरदास है भी उसनों भी मिले। जो रस असी चख रहे हैं छक रहे हैं वो सब नूं मिले, क्योंकि गुरु नानक दी कमाई सारियां दे विच वंड के छकण दी हदायत है। गुरु नानक दा शब्द रूपी भोजन, गुरु नानक दी कृपा, इस सारियां दे विच असी वंड के जां शेयर करके इसदा आनंद मानना है। क्योंकि गुण वो प्रफुल्लत हुंदा है जो गुण वंडिया जाए। जिस गुण नूं अपने कोल साम के रखिया जाए वो गुण वधदा नहीं। इस करके विद्या जिहड़ी है उसनूं जदों वंडिया जांदा ते विद्या दा प्रचार ते प्रसार वधदा है। विद्या होर वधदी है, विद्या घटदी नहीं। जे किसी कोल विद्या है उस विद्या का प्रसार करे, उस विद्या का प्रचार करे। जे किसी नूं बख्शिश मिली है वो बख्शिश सांझी करे और आप भी तरे ते दूसरे नूं भी तारे, आप भी छके ते दूजे नूं भी छकावे।
ਆਪ ਵੀ ਆਨੰਦ ਲਵੇ ਤੇ ਦੂਜੇ ਨੂੰ ਵੀ ਦੇਵੇ। ਸੋ ਆਓ ਲੜੀਵਾਰ ਸ਼ਬਦ ਦੀ ਵਿਚਾਰ, ਜੋ ਰੋਜ਼ ਇੱਕ ਸ਼ਬਦ ਦੀ ਵਿਚਾਰ ਅਸੀਂ ਮਹਾਰਾਜ ਜੀ ਤੋਂ ਪ੍ਰਾਪਤ ਕਰਦੇ ਹਾਂ। ਸੋ ਗੁਰੂ ਮਿਹਰ ਕਰਨ, ਵਿਵੇਕ ਬਖਸ਼ ਕੇ ਸਾਨੂੰ ਇਸ ਸ਼ਬਦ ਦੀ ਵਿਚਾਰ ਭਾਵ ਅਰਥ ਗਿਆਨ ਦੇ ਰੂਪ ਦੇ ਵਿੱਚ ਸਾਡੇ ਹਿਰਦੇ ਵਿੱਚ ਵਸਾਉਣ। ਬਹੁਤ ਪਿਆਰਾ ਗਿਆਨ ਹੈ ਇਸ ਸ਼ਬਦ ਦੇ ਅੰਦਰ, ਧਿਆਨ ਦੇ ਨਾਲ ਸਰਵਣ ਕਰਨਾ ਜੀ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਿੱਧੇ ਅਰਥ ਕਰਨੇ ਹੋਣ ਤੇ ਅਰਥ ਇਹ ਨੇ ਵੀ ਸਾਧੂਆਂ ਦੇ ਪੈਰ ਧੋ ਧੋ ਕੇ ਪੀਣੇ ਚਾਹੀਦੇ ਹਨ। ਸਿੱਧਾ ਅਰਥ ਇਹ ਹੈ। ਜੇ ਤੁਸੀਂ ਕਿਧਰੋਂ ਵੀ ਪੜ੍ਹੋ, ਚਾਹੇ ਐਪ ਭਰ ਕੇ ਮੋਬਾਈਲ ਤੋਂ ਪੜ੍ਹ ਲਓ, ਚਾਹੇ ਹੋਰ ਕਿਸੇ ਲੇਖਕ ਦਾ ਪੜ੍ਹ ਲਓ, ਮੇਨ ਪਹਿਲਾਂ ਇਹ ਕੀਤਾ ਹੋਏਗਾ, ਉਹ ਵੱਖਰੀ ਗੱਲ ਹੈ, ਭਾਵ ਅਰਥ ਬਾਅਦ ਵਿੱਚ ਕੀਤਾ ਹੋਏਗਾ। ਪਦ ਅਰਥ ਇਹੀ ਹੈ, ਪਰ ਇਸ ਅਰਥ ਨੂੰ ਅਸੀਂ ਖੋਲ੍ਹਣਾ ਹੈ, ਥੋੜ੍ਹਾ ਵਿਚਾਰਨਾ ਹੈ। ਕਿਉਂਕਿ ਜੇ ਕਿਸੇ ਦੇ ਅਸੀਂ ਪੈਰ ਧੋ ਕੇ ਪੀ ਲਾਂਗੇ, ਇਹਦੇ ਨਾਲ ਸਾਨੂੰ ਇਕੱਲਾ ਗਿਆਨ ਥੋੜ੍ਹਾ ਮਿਲ ਜਾਏਗਾ। ਇਹਦੇ ਨਾਲ ਕੇਵਲ ਪੈਰ ਧੋ ਕੇ ਪੀਣ ਦੇ ਨਾਲ ਸੋਝੀ ਨਹੀਂ ਮਿਲ ਜਾਂਦੀ, ਇਹਦੇ ਨਾਲ ਲੱਗਦੀ ਹੋਰ ਪੰਕਤੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਕਲੀਅਰ ਹੋ ਜਾਂਦਾ ਛੇਤੀ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਵੀ ਆਪਣੇ ਗੁਰੂ ਦੇ ਚਰਨ ਧੋ ਧੋ ਕੇ ਪੀਏ। ਸਾਡਾ ਗੁਰੂ ਕੌਣ ਹੈ ਇਸ ਸਮੇਂ? ਸਰੀਰ ਕਰਕੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਜਿਵੇਂ ਸਾਡੀ ਬੋਡੀ ਹੈ, ਇਸ ਤਰ੍ਹਾਂ ਗੁਰੂ ਨਹੀਂ ਹੈ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸਾਡੇ ਗੁਰੂ ਨੇ। ਤੇ ਹੁਣ ਗੁਰੂ ਦੇ ਚਰਨ, ਹੁਣ ਕੀ ਅਸੀਂ ਗੁਰੂ ਦੇ ਚਰਨ ਸ਼ਬਦ ਨੂੰ ਮੰਨਦੇ ਹਾਂ? ਕੀ ਅਸੀਂ ਸ਼ਬਦ ਨੂੰ ਕੋਈ ਪਾਣੀ ਦੇ ਨਾਲ ਘੋਲ ਘੋਲ ਕੇ ਪੀਏ? ਇਹਦਾ ਮਤਲਬ, ਇਹਦਾ ਅਰਥ ਬੜਾ ਡੂੰਘਾ ਹੋਰ ਹੈ। ਗੁਰੂ ਤੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨਾਨਕ ਮਹਾਰਾਜ ਜੀ ਸਰੀਰ ਕਰਕੇ ਨਹੀਂ, ਜੇ ਸਰੀਰ ਕਰਕੇ ਹੁੰਦੇ ਹੋ ਸਕਦਾ ਅਸੀਂ ਉਹਨਾਂ ਦੇ ਚਰਨ ਧੋ ਲੈਂਦੇ। ਹੁਣ ਤੇ ਉਹ ਸਰੀਰ ਕਰਕੇ ਹੈ ਨਹੀਂ, ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਅਸੀਂ ਜਲ ਪਾਵਾਂਗੇ ਤੇ ਉਹ ਤੇ ਠੀਕ ਨਹੀਂ ਹੋਏਗਾ। ਫਿਰ ਕਿਹੜੇ ਚਰਨਾਂ ਦੀ ਗੱਲ ਕੀਤੀ ਹੈ? ਇਹ ਹੁਣ ਦੇਖੋ ਸਮਝਣ, ਜੇ ਸਮਝਾਂਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਬਾਣੀ ਦਾ। ਪੜ੍ਹਦੇ ਅਸੀਂ ਲਿਆ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਪਰ ਇੱਦਾਂ ਦਾ ਕੰਮ ਚੱਲਦਾ ਵੀ ਹੈ। ਕਈ ਚਾਹੇ ਕੋਈ ਵੀ ਹੋਵੇ, ਉਸ ਦਾ ਸਤਿਕਾਰ ਜਿਹੜਾ ਹੋਰ ਤਰੀਕੇ ਦੇ ਨਾਲ ਵੀ ਹੋ ਸਕਦਾ ਹੈ, ਪਰ ਇਹ ਨਹੀਂ ਕੋਈ ਕਿਸੇ ਦੇ ਚਰਨ ਨੂੰ ਧੋ ਕੇ ਤੇ ਉਸ ਨੂੰ ਪੀ ਲਵੇ, ਉਸ ਨੂੰ ਪੀ ਲਵੇ। ਇਸ ਤਰ੍ਹਾਂ ਨਹੀਂ, ਗੁਰਬਾਣੀ ਇਸ ਤਰ੍ਹਾਂ ਨਹੀਂ ਕਹਿੰਦੀ। ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ। ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਸ ਨੂੰ ਸੱਚ ਦਾ ਭੋਜਨ ਕਿਹਾ। ਸੱਚ ਨਾਮ ਕੀ ਲਾਗੇ ਭੋਗ। ਇਸ ਬਾਣੀ ਨੂੰ ਛਕਣ ਲਈ ਵੀ ਕਿਹਾ ਤੇ ਪੀਣ ਲਈ ਵੀ ਕਿਹਾ। ਬਾਣੀ ਨੂੰ ਭੋਜਨ ਦੇ ਰੂਪ ਦੇ ਵਿੱਚ ਖਾਣ ਲਈ ਵੀ ਔਰ ਪੀਣ ਦੇ ਵਿੱਚ ਲਈ ਵੀ ਕਿਹਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰ। ਜੇ ਕੋ ਖਾਵੇ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਤੇ ਸਾਚੇ ਨਾਮ ਕੀ ਲਾਗੈ ਭੋਗ, ਉਤ ਭੁਖੇ ਖਾਏ ਚਲੀਐ ਦੁਖ। ਬਾਣੀ ਦੇ ਵਿੱਚ ਪੀਣ ਨੂੰ ਔਰ ਖਾਣ ਨੂੰ ਕਿਹਾ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੀਣਾ ਤੇ ਖਾਣਾ ਕਿਵੇਂ ਹੈ? ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜੀ ਸਿੱਖਿਆ, ਜੋ ਸਿਧਾਂਤ ਹੈ, ਉਸ ਨੂੰ ਆਪਣੇ ਅੰਦਰ ਲੈ ਕੇ ਜਾਣਾ। ਮੇਰਾ ਮਨ ਹੁਣ ਰੱਜ ਗਿਆ, ਇੱਕ ਸ਼ਬਦ ਹੈ ਨਾ, ਮੇਰਾ ਮਨ ਹੁਣ ਰੱਜ ਗਿਆ, ਮੈਂ ਹੁਣ ਹੋਰ ਭੋਜਨ ਨਹੀਂ ਖਾਣਾ। ਵੀ ਰੋਟੀ ਤੇ ਢਿੱਡ ਵਿੱਚ ਗਈ ਹੈ, ਮਨ ਕਿੱਥੇ ਹੈ? ਨਾ ਕਦੀ ਮਨ ਨੂੰ ਦੇਖਿਆ, ਨਾ ਕਦੀ ਡਾਕਟਰ ਨੇ ਕਿਸੇ ਨੇ ਮਨ ਰੂਪੀ ਬੋਡੀ ਦੇ ਵਿੱਚੋਂ ਪਾਰਟ ਨੂੰ ਕੱਢ ਕੇ ਘਰਦਿਆਂ ਨੂੰ ਦਿੱਤਾ, ਮਨ ਲੈ ਜਾਓ। ਤੇ ਉਹ ਚੀਜ਼ ਕਿਹੜੀ ਹੈ ਜਿਹੜਾ ਮਨ ਰੱਜ ਗਿਆ? ਜੇ ਮਨ ਰੋਟੀ ਦੇ ਨਾਲ ਰੱਜਦਾ ਹੈ ਤੇ ਫਿਰ ਇਹਦਾ ਮਤਲਬ ਮਨ ਬਾਣੀ ਦੇ ਨਾਲ ਵੀ ਰੱਜਦਾ ਹੈ। ਕਲੀਅਰ ਹੈ ਨਾ? ਜੇ ਮਨ ਕਹਿੰਦਾ ਮੇਰਾ ਮਨ ਹੁਣ ਰੱਜ ਗਿਆ, ਬਸ ਜੀ। ਜੇ ਮੈਂ ਇਹ ਗੱਲ ਮੰਨ ਰਿਹਾ ਵੀ ਮੇਰਾ ਮਨ ਦੁਨੀਆ ਦੇ ਪਦਾਰਥਾਂ ਨੂੰ ਭੋਗਣ ਤੋਂ ਬਾਅਦ ਕਹਿੰਦਾ ਬਸ ਹੁਣ ਨਹੀਂ, ਇਹਦਾ ਮਤਲਬ ਵੀ ਮਨ ਜਿਹੜਾ ਹੈ ਉਹ ਬਾਣੀ ਸ਼ਬਦ ਗੁਰੂ ਦੇ ਚਰਨ ਕਮਲਾਂ ਦੀ ਉਸ ਪ੍ਰੀਤ ਦੇ ਨਾਲ ਵੀ ਤ੍ਰਿਪਤ ਹੁੰਦਾ, ਰੱਜਦਾ। ਸੋ ਇਸ ਕਰਕੇ ਆਓ ਸ਼ਬਦ ਦੀ ਪੰਕਤੀ ਆਰੰਭ ਕਰਦੇ ਹਾਂ। ਚਰਨ ਸਾਧ ਕੇ ਧੋਏ ਧੋਏ ਪੀਓ। ਸਾਧ ਕੌਣ ਹੈ?
एक तो साध असी रोज़ पढ़ते हैं भी साधो मन का मान त्यागो, काम क्रोध संगत दुरजन की ताते एनस भागो। जिद्दां मनुखी जामे दे विच गुरमुख प्यारे होण, एक उन्होंने असी साध कह सकते हैं। एक होर वड्डी विचार महाराज जी भेज रहे ने, ये सारा संसार भी साध है। साध दे कोलों, साध दा मतलब हुंदा भी साधिया बंदा कोई, ते उस साधे मनुख दी साधना दे विचों साधपन हुंदा ते उहदे विचों सानू गुण मिलदा है। जे साध कोलों गुण ना मिले वो साधिया नहीं। ध्यान देना, बड़ी डूंगी विचार है, ध्यान देना पैना। जे किसी दी साधना नहीं, वो साधिया नहीं गया, तो साधे कोलों सानू कोई गुण नहीं मिल सकता। जिस कोलों गुण मिलता है उन्होंने साधिया जां उहदी साधना असीं मन सकते हैं। तो गुण तो दुनिया की हर चीज़ जे दे रही है। ध्यान देना, गुण सानू दुनिया की हर चीज़ दे रही है, क्योंकि हर चीज़ में भगवान रब है, वाहिगुरु राम। एक साध भी सानू गाइड कर रहा है, एक गुरमुख प्यारा भी सानू प्रैक्टिकल गुरमत वाला जीवन जीवन की प्रेरणा दे रहा है। पानी, अग्नि, हवा, ये भी एक साधे हुए ने, क्योंकि बाणी विच सानू क्लीयर कर दिता गुरु नानक पातशाह ने, पवन गुरु पानी पिता माता धरत महात। ये भी सानू एक ज्ञान जां गुण दे रहे हैं। पानी सानू गुण दिंदा, ज्ञान दिंदा है। धरती सानू ज्ञान दिंदी, गुण दिंदी। ये विषय बहुत लंबा हो सकता है। जे मैं पानी, हवा ते अग की गल करा, मतलब धरती दे विचों उपजिया होया अन्न खा के असी, हर चीज़ धरती दे विचों पैदा होंदी है। संखेप दे विच विचार, इस करके धरती सानू जीवन ते गुण दिंदी है। ये भी साधी हुई है। पहला पानी जो है जित हरिया सब कोई, ये जल जिहड़ा ये भी सानू जीवन दिंदा है। इहदा मतलब इहदे विच भी गुण है। अग ना होवे ते असी खाना रोटी पका नहीं सकते। जे अग्न ना होवे साडे पेट दे अंदर ते रोटी जिहड़ी है पच नहीं सकती। इहदा मतलब अग्न दा भी गुण है। ये भी एक सानू साधे हुए रूप दे विच मिल रही है। हाँ, साधे हुए रूप दे विच इंसान मिले बड़ा ही चंगा है। साधे हुए रूप दे विच पवन, हवा, अग्नि मिले बहुत ही चंगा। बिगड़े रूप दे विच अग मिले ते साड़ दिंदी है घर ते जंगल। बिगड़े रूप दे विच हवा मिले ते छत्तां उड़ा के लै जांदी है, दरख्त पट सुटदी है। बिगड़े रूप दे विच पानी मिल जाए तो देखो किवें जल थल हुंदा है, ते बिगड़े रूप दे विच बंदे नूं बंदा मिल जाए तो कतल तक कर दिंदा है। इहदा मतलब साध होना जरूरी है। हुण तुसीं देश प्रदेश भी देख रहे हो। साध दा मतलब ये नहीं भी कोई स्पैशल किसी वर्दी वाले की गल असीं कर रहे हैं। वो वर्दी वाला भी हो सकता है, वर्दी तो बगैर वाला भी हो सकता है। जो असी साध या संत की कोई परिभाषा होती है तो कई बड़े कन्न खड़े कर लेंदे ने भी ये तो हुण कोई साध का चेला होना है जिहड़ा हुण साध की गल कर रहा। मैं तुहानूं बड़ी वधिया तरीके दे नाल रमदा कीती है भी साधना साध किनू कहंदे ने। साध कोई भी हो सकता है। वो चोले वाला भी हो सकता है, वो पेंट शर्ट वाला भी हो सकता है, वो गेरुए कपड़े वाला भी हो सकता है, गोल दस्तार वाला भी हो सकता है, तिखी पग वाला भी हो सकता है, वो कोई भी हो सकता है। संत समूह अनेक मती के कई तरह के हो सकते हैं। रब का प्यारा कोई भी है जिहड़ा उस दे नाल जुड़िया, उसकी अपनी मर्जी है, वो किस तरीके नाल रहना चाहुंदा है। वो कल्ले चिट्टे कपड़े लै पा के रहना चाहुंदा है कि गुरु नानक वांगू सादे कपड़े पा के रहना चाहुंदा, जां छेवें पातशाह वांगू कलगी ला के सोहणे महंगे चमकीले कपड़े पा के। ध्यान देना, जां दसम पातशाह वांगू। ये उन्हां दी मर्जी है, जोत इक्को ही है। गुरु नानक पातशाह, गुरु अंगद देव जी, गुरु अमरदास, गुरु अर्जन देव जी, इन्हां दा लिबास बिल्कुल सिंपल है, सादे इन्हां दे बस्तर ने। छेवें नानक स्वरूप जी दे कलगी है, मीरी पीरी दियां दो तलवारां ने,
ਉਹਨਾਂ ਦੇ ਬੜੇ ਮਹਿੰਗੇ ਬੜੇ ਹੀ ਪਿਆਰੇ ਬਸਤਰ ਨੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਸੀਂ ਇੱਥੇ ਇਹ ਨਹੀਂ ਕਹਿ ਸਕਦੇ ਉਹ ਸਿੰਪਲ ਜਾਂ ਸਾਦਗੀ ਵਾਲੇ, ਇਹ ਸਿੰਪਲ ਜਾਂ ਸਾਦਗੀ ਵਾਲੇ ਨਹੀਂ। ਨਹੀਂ, ਗੱਲ ਕੱਪੜਿਆਂ ਦੀ ਗੱਲ ਨਹੀਂ, ਗੱਲ ਤੇ ਜੀਵਨ ਦੀ ਹੈ, ਗੱਲ ਤੇ ਆਤਮਿਕ ਅਵਸਥਾ ਦੀ ਹੈ। ਕੋਈ ਲਾਲ ਪਾਵੇ, ਕੋਈ ਪੀਲੇ ਪਾਵੇ, ਕੋਈ ਚਿੱਟੇ ਪਾਵੇ, ਕੋਈ ਕੈਸੇ ਪਾਵੇ, ਕੋਈ ਝਗੜਾ ਨਹੀਂ, ਕਿਉਂਕਿ ਰੰਗ ਸਭੇ ਨਾਰਾਇਣ ਹੈ। ਰੰਗ ਸਭੇ ਨਾਰਾਇਣ ਹੈ। ਕਿਸੇ ਨੂੰ ਰੰਗ ਦੇ ਤੌਰ ਤੇ ਕਦੀ ਵੀ ਇਸ ਨਜ਼ਰੀਏ ਦੇ ਨਾਲ ਦੇਖਿਆ ਨਾ ਕਰੋ ਵੀ ਉਸਨੇ ਕਿੱਦਾਂ ਦਾ ਰੰਗ ਪਾ ਲਿਆ, ਕਿਵੇਂ ਦਾ ਰੰਗ ਪਾ ਲਿਆ। ਸੋ ਵਿਸ਼ਾ ਬੜਾ ਵੱਧ ਸਕਦਾ ਹੈ। ਗੁਰੂ ਮਹਾਰਾਜ ਜੀ ਨੇ ਤੇ ਸਾਨੂੰ ਆਪੇ ਰੰਗਣ ਰੰਗਿਓ, ਸਾਨੂੰ ਰੰਗ ਵਿੱਚ ਰੰਗਣ ਦੇ ਲਈ ਆਖਿਆ। ਰੰਗਨ ਰੰਗੋ ਸੀਵਨ ਸੀਓ, ਰਾਮ ਨਾਮ ਬਿਨ ਘਰੀ ਨਾ ਜੀਵੋ। ਕੋਈ ਸਮਾਂ ਸੀ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ, ਉਹਨੂੰ ਕਹਿੰਦੇ ਸੀ ਇਸੇ ਰੰਗ ਵਿੱਚ ਰਹਿ। ਸਾਡੇ ਗੁਰੂਆਂ ਨੇ ਨਹੀਂ ਇੰਝ ਆਖਿਆ, ਧਿਆਨ ਦੇਣਾ। ਉਸ ਨੂੰ ਸਪੈਸ਼ਲ ਵਰਦੀ ਦੇ ਦਿੱਤੀ ਜਾਂਦੀ ਸੀ। ਇੱਥੋਂ ਤੱਕ ਕਿ ਪਹਿਲਾਂ ਤੇ ਉਸ ਨੂੰ ਸਤੀ ਵੀ ਕਰ ਦਿੱਤਾ ਜਾਂਦਾ ਸੀ। ਉਸ ਨੂੰ ਬਹੁਤ ਬੰਧਨਾਂ ਦੇ ਵਿੱਚ ਰੱਖਿਆ ਜਾਂਦਾ ਸੀ। ਉਸ ਨੂੰ ਆਵਾਜ਼ ਕੱਢਣ ਨਹੀਂ ਦਿੱਤੀ ਜਾਂਦੀ ਸੀ। ਸਾਡੇ ਗੁਰੂਆਂ ਨੇ ਬਹੁਤ ਕਿਰਪਾ ਕੀਤੀ। ਇਸ ਔਰਤ ਨੂੰ, ਇੱਕ ਵਿਧਵਾ ਨਾਰੀ ਨੂੰ ਵੀ ਜਿਉਣ ਦਾ ਹੱਕ ਹੈ। ਉਸ ਨੂੰ ਵੀ ਜੋ ਸਹੂਲਤਾਂ ਇੱਕ ਆਮ ਔਰਤ ਨੂੰ ਮਿਲਦੀਆਂ ਉਸ ਨੂੰ ਵੀ ਚਾਹੀਦੀਆਂ ਨੇ। ਇਸ ਕਰਕੇ ਇਹ ਨਹੀਂ ਸੀ ਸਾਡੇ ਗੁਰੂਆਂ ਨੇ ਕਿਹਾ ਵੀ ਇੱਕ ਜੇ ਕੋਈ ਵਿਧਵਾ ਤੇ ਸਾਰੀ ਜ਼ਿੰਦਗੀ ਵਿਧਵਾ ਰਹੇ, ਉਹ ਗੁਰਮਰਿਆਦਾ ਅਨੁਸਾਰ ਸ਼ਾਦੀ ਕਰ ਸਕਦੀ ਹੈ ਜਾਂ ਕਰ ਸਕਦਾ ਹੈ। ਮੇਰੇ ਕਹਿਣ ਦਾ ਮਤਲਬ ਸਾਡੇ ਗੁਰੂਆਂ ਨੇ ਚਾਹੇ ਮਰਦ ਹੈ ਚਾਹੇ ਔਰਤ ਹੈ, ਉਹਨਾਂ ਨੂੰ ਹੱਕ, ਉਹਨਾਂ ਨੂੰ ਆਪਣੇ ਹੱਕਾਂ ਦੀ ਪਹਿਚਾਨ, ਉਹਨਾਂ ਨੂੰ ਜੀਵਨ ਜਿਉਣ ਦੀ ਜਾਂਚ, ਉਹਨਾਂ ਨੂੰ ਦੁਨੀਆ ਦੇ ਰੰਗ ਜਿਹੜੇ ਨੇ, ਗ੍ਰਸਤ ਜਿਹੜਾ ਇਹਨੂੰ ਕੀ ਕਹਿੰਦੇ, ਇੱਕ ਰੰਗ ਹੀ ਹੈ। ਗ੍ਰਸਤ ਮਹਾਨ ਹੈ। ਗ੍ਰਸਤ ਦੇ ਵਿੱਚ ਜੀਣਾ ਕੋਈ ਪਾਪ ਨਹੀਂ ਹੈ, ਗ੍ਰਸਤ ਕੋਈ ਗਲਤ ਨਹੀਂ ਹੈ। ਇਸ ਕਰਕੇ ਇਹ ਕਿਸ ਨੇ ਸਿੱਖਿਆ ਦਿੱਤੀ? ਸਾਡੇ ਗੁਰੂਆਂ ਨੇ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੋਂ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਘਰਾਂ ਨੂੰ ਛੱਡ ਕੇ ਬਾਹਰ ਜਾਣਾ ਮਨ, ਮਹਾਰਾਜ ਜੀ ਨੇ ਆਖਿਆ। ਸੋ ਆਓ ਸ਼ਬਦੀ ਵਿਚਾਰ ਜਿਹੜੀ ਉਧਰ ਚਲੀਏ, ਕਿਉਂਕਿ ਵਿਚਾਰ ਬਹੁਤ ਮਹਾਰਾਜ ਜੀ ਦੀ ਪਿਆਰੀ ਤੇ ਡੂੰਘੀ ਹੁੰਦੀ ਹੈ, ਦੂਰ ਚਲੀ ਜਾਂਦੀ ਹੈ, ਕਈ ਪ੍ਰਮਾਣ ਵਿੱਚ ਆ ਜਾਂਦੇ ਨੇ, ਨਾਲ ਅਟੈਚ ਹੋ ਜਾਂਦੇ ਨੇ। ਸ਼ਬਦ ਦੀ ਰਮਤਾ ਵੀ ਚਰਨ ਸਾਧ ਕੇ ਧੋਏ ਧੋਏ ਪੀਓ। ਜਾਂ ਹੋਰ ਇੱਕ ਸਿੱਧੀ ਗੱਲ ਕਰਦੇ ਹਾਂ, ਜਦੋਂ ਬੰਦਾ ਬਹੁਤ ਕਿਸੇ ਤੇ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਬੰਦਾ ਕਹਿੰਦਾ ਮੇਰਾ ਤਾਂ ਉਹਦੇ ਚਰਨ ਧੋ ਧੋ ਕੇ ਪੀਣ ਨੂੰ ਚਿੱਤ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹਦੇ ਪੈਰਾਂ ਦੀ ਜੁੱਤੀ ਲਾਓ ਤੇ ਉਹਦੇ ਪੈਰ ਧੋਵੋ ਤੇ ਪੀ ਲਓ, ਨਹੀਂ। ਮਤਲਬ ਉਹਦਾ ਮਨ ਵਿੱਚ ਇੰਨਾ ਕੁ ਸਤਿਕਾਰ ਆ ਜਾਂਦਾ, ਇੰਨੀ ਕੁ ਇੱਜ਼ਤ ਆ ਜਾਂਦੀ ਹੈ, ਉਹਨੂੰ ਕਹਿੰਦਾ ਪਲਕਾਂ ਤੇ ਲੈ ਆਵਾਂ, ਉਹਨੂੰ ਮੈਂ ਸਤਿਕਾਰ ਦੇਵਾਂ, ਉਹਨੂੰ ਮੈਂ ਇੱਜ਼ਤ ਦੇਵਾਂ, ਉਹਦੇ ਚਰਨ ਧੋ ਧੋ ਕੇ ਪੀਵਾਂ, ਮੈਂ ਤੇਰੇ ਚਰਨ ਧੋ ਧੋ ਕੇ ਪੀਵਾਂ। ਇਹਦਾ ਮਤਲਬ ਹੁੰਦਾ ਉਹਦੇ ਤੋਂ ਇੰਪ੍ਰੈਸ, ਉਹਦੀ ਗੱਲ ਤੋਂ ਖੁਸ਼ੀ, ਉਹਦੀ ਸੰਗਤ ਤੋਂ ਬਹੁਤ ਕੁਝ ਸਿੱਖਣਾ, ਉਹਦੀ ਸੰਗਤ ਕਰਕੇ ਬਹੁਤ ਪ੍ਰਸੰਨ ਹੋਣਾ। ਇਹਨੂੰ ਕਹਿੰਦੇ ਨੇ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਹੁਣ ਗੁਰੂ ਦੀ ਬਾਣੀ ਨੂੰ ਅਸੀਂ ਪਹਿਲਾਂ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤਾ, ਹੁਣ ਸ਼ਬਦ ਦੀ ਵਿਚਾਰ ਦੇ ਰੂਪ ਵਿੱਚ ਸਰਵਣ ਕਰ ਰਹੇ ਹਾਂ। ਇਹਨੂੰ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕਹਿੰਦੇ ਨੇ। ਹੋਰ ਚਰਨ ਕਮਲ ਕਿਹੜੇ ਧੋਏ ਧੋਏ ਪੀਵਾਂ? ਇਸ ਕਰਕੇ ਤੇ ਜਿਹੜਾ ਇੱਥੇ ਸ਼ਬਦ ਲਿਖਿਆ ਸਾਧ, ਉਹ ਕੋਈ ਵੀ ਗੁਰਮੁਖ ਪਿਆਰਾ ਦੁਨੀਆ ਦੇ ਵਿੱਚ ਕੇਵਲ ਸਿੱਖ ਕੌਮ ਦੇ ਗੁਰਮੁਖ ਪਿਆਰੇ ਨਹੀਂ, ਹਰ ਕੌਮ ਦੇ ਵਿੱਚ ਗੁਰਮੁਖ ਪਿਆਰੇ ਹੁੰਦੇ ਨੇ। ਧਿਆਨ ਦੇਣਾ, ਜਦੋਂ ਗੁਰਮੁਖ ਦੀ ਗੱਲ ਆਉਂਦੀ ਹੈ ਤੇ ਸਾਡਾ ਧਿਆਨ ਜਾਂਦਾ ਸਾਡੇ ਵਰਗੇ ਚਿਹਰੇ ਨੇ, ਜਿਹੜੇ ਸਾਡੇ ਵਰਗੇ ਚਿਹਰੇ ਨੇ ਉਹ ਸਾਨੂੰ ਗੁਰਮੁਖ ਲੱਗਦੇ ਨੇ। ਜੇ ਕੋਈ ਹਿੰਦੂ ਧਰਮ ਵਾਲਾ ਗੁਰਮੁਖ ਉੱਥੇ ਵੀ ਹੈ ਭਾਈ, ਜਿਹੜਾ ਆਪਣੇ ਇਸ਼ਟ ਰੱਬ ਦੀ ਆਗਿਆ ਮੰਨਦਾ, ਜਿਹੜਾ ਭੈ ਤੇ ਭਾਉ ਦੇ ਵਿੱਚ ਜੀਵਨ ਗੁਜ਼ਾਰਦਾ, ਉਹ ਮੁਸਲਮਾਨ ਵੀਰ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਉਹ ਵੀ ਗੁਰਮੁਖ ਹੋ ਸਕਦਾ। ਮਹਾਰਾਜ ਨੇ ਗੁਰਮੁਖਾਂ ਦੀ ਸੰਗਤ ਨੂੰ ਕਿਹਾ, ਸਾਧਾਂ ਦੀ ਸੰਗਤ ਨੂੰ ਕਿਹਾ। ਇੱਥੇ ਕੋਈ ਕੌਮ ਨਹੀਂ ਲਿਖੀ, ਉਹ ਕਿਸੇ ਵੀ ਕੌਮ ਦਾ ਸਾਧ ਹੋਵੇ, ਕਿਸੇ ਵੀ ਕੌਮ ਦਾ ਕੋਈ ਗੁਰਮੁਖ ਪਿਆਰਾ ਹੋਵੇ,
ਸਿੱਖ ਉਸ ਨੂੰ ਕਹਿੰਦੇ ਨੇ ਜੋ ਸਿੱਖਿਆ ਤੇ ਚੱਲਦਾ, ਆਪਣੇ ਗੁਰੂ ਦੀ ਸਿੱਖਿਆ ਤੇ ਚੱਲਦਾ। ਜੇ ਸਾਈਂ ਮੀਆਂ ਮੀਰ ਭਾਵੇਂ ਮੁਸਲਮਾਨ ਹੈ, ਜੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿੱਖਿਆ ਤੇ ਚੱਲਦੇ, ਉਹ ਸਿੱਖ ਨੇ। ਸਿੱਖ ਦਾ ਮਤਲਬ ਕੁਝ ਹੋਰ ਨਾ ਸਮਝ ਲੈਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਿਹੜਾ ਸਿੱਖਣਾ ਹੀ ਨਹੀਂ ਚਾਹੁੰਦਾ, ਜਿਹੜਾ ਸਿੱਖਦਾ ਹੀ ਨਹੀਂ, ਤੇ ਉਹ ਕੱਲਾ ਦਸਤਾਰ ਬਣ ਕੇ ਜਾਂ ਦਾੜਾ ਰੱਖ ਕੇ ਕੋਈ ਸਿੱਖ ਨਹੀਂ ਹੁੰਦਾ। ਜੇ ਸਿੱਖੀ ਸਿਧਾਂਤ ਨਾ ਹੋਵੇ ਜੀਵਨ ਵਿੱਚ, ਜੇ ਸਿੱਖੀ ਦੀ ਵਿਚਾਰਨਾ ਹੋਵੇ, ਅਪਣਾਈ ਨਾ ਹੋਵੇ, ਤੇ ਉਹ ਸਿੱਖ ਥੋੜਾ ਹੁੰਦਾ। ਨਹੀਂ ਤੇ ਸਿੱਖੀ ਦੇ ਭੇਖ ਦੇ ਵਿੱਚ ਤੇ ਕਈ ਆ ਚੁੱਕੇ ਨੇ। ਉਹ ਕਈ ਤਰ੍ਹਾਂ ਦੇ ਨੇ, ਉਹਨਾਂ ਨੇ ਦਾੜੇ ਵੀ ਰੱਖੇ ਨੇ, ਦਸਤਾਰ ਵੀ ਬੰਨ੍ਹਦੇ ਨੇ, ਸ੍ਰੀ ਸਾਹਿਬ ਵੀ ਪਾਏ ਨੇ। ਇਹਦਾ ਮਤਲਬ ਉਹ ਸਿੱਖ ਨਹੀਂ। ਜੋ ਸਿੱਖਿਆ ਸਿਧਾਂਤ ਨੂੰ ਮੰਨਦਾ, ਸਿੱਖੀ ਸਿਧਾਂਤ ਤੇ ਪਹਿਰਾ ਦਿੰਦਾ, ਗੁਰੂ ਦੀ ਗੱਲ ਨੂੰ ਮੰਨਦਾ, ਉਹ ਸਿੱਖਿਆ, ਉਹ ਸਿੱਖਿਆਰਥੀ ਹੈ। ਉਹ ਕਿਸੇ ਵੀ ਕੌਮ ਜਾਂ ਧਰਮ ਦਾ, ਰੱਬ ਦਾ ਪਿਆਰਾ ਹੋ ਸਕਦਾ। ਉਹਨੂੰ ਅਸੀਂ ਸਾਹ ਦੇ ਨਾਲ ਵੀ ਬੁਲਾ ਸਕਦੇ। ਬੰਦਾ ਇੱਕੋ ਹੀ ਹੈ। ਕੋਈ ਉਹਨੂੰ ਪਾਪਾ ਕਹਿੰਦਾ, ਕੋਈ ਉਹਨੂੰ ਜੀਜਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਮਾਸੜ ਕਹਿੰਦਾ, ਕੋਈ ਮਾਮਾ ਕਹਿੰਦਾ, ਚਾਚਾ ਕਹਿੰਦਾ। ਇੱਕੋ ਹੀ ਹੈ ਨਾ, ਇੱਕ ਹੀ ਹੈ। ਨਾਮ ਅਨੇਕ ਨੇ। ਰਿਸ਼ਤੇ ਜਦੋਂ ਬਦਲੀ ਜਾਂਦੇ ਨੇ ਤੇ ਫਿਰ ਉਹ ਨਾਮ ਵੀ ਬਦਲੀ ਜਾਂਦੇ ਹਨ। ਸੋ ਸਾਧ ਜਿਹੜਾ, ਚਾਹੇ ਤੁਸੀਂ ਉਹਨੂੰ ਪਿਆਰਾ ਕਹਿ ਦਿਓ, ਇਹ ਬੜਾ ਹੀ ਪਿਆਰਾ ਹੈ, ਇਹ ਤੇ ਭਗਤ ਪਿਆਰਾ ਹੈ, ਇਹ ਤੇ ਸਾਧੂ ਹੀ ਹੈ, ਇਹ ਤੇ ਸੰਤ ਹੀ ਹੈ, ਇਹ ਤੇ ਗੁਰਮੁਖੀ ਹੈ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਤੇ ਉਹਦਾ ਰੂਪ ਹੀ ਹੈ, ਗੁਣ ਉਹਦੇ ਵਿੱਚ ਰੱਬੀ ਹੋਣੇ ਨੇ। ਚਾਹੇ ਉਹਨੂੰ ਸਾਧ ਕਹਿ ਲਓ, ਭਗਤ ਕਹਿ ਲਓ, ਸੰਤ ਕਹਿ ਲਓ, ਗੁਰਸਿੱਖ ਕਹਿ ਲਓ, ਗੁਰਮੁਖ ਕਹਿ ਲਓ, ਕੁਛ ਵੀ ਕਹਿ ਲਓ। ਗੁਰੂ ਨਾਨਕ ਨੂੰ ਅਸੀਂ ਕੀ ਕਹਿੰਦੇ ਆ? ਨਿਰੰਕਾਰ। ਤੇ ਗੁਰੂ ਨਾਨਕ ਨੂੰ ਗੁਰਮੁਖ ਵੀ ਕਹਿੰਦੇ ਆ। ਜੇ ਅਸੀਂ ਕਹੀਏ ਨੇ ਅੱਜ ਗੁਰਮੁਖ, ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ, ਕਿਸੇ ਨੂੰ ਔੜ ਜਿਹਾ ਲੱਗੇਗਾ। ਜੇ ਅਸੀਂ ਕਹਾਂਗੇ ਨਿਰੰਕਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ, ਸਾਨੂੰ ਚੰਗਾ ਲੱਗੇਗਾ। ਜੇ ਅਸੀਂ ਕਹਿੰਦੇ ਅੱਜ ਗੁਰਮੁਖ ਪਿਆਰੇ ਦਾ ਪ੍ਰਕਾਸ਼ ਦਿਹਾੜਾ, ਅਸੀਂ ਕਹਾਂਗੇ ਇਹ ਛੋਟਾ ਲਫ਼ਜ਼, ਪਰ ਛੋਟਾ ਥੋੜ੍ਹਾ ਹੈ। ਗੁਰਮੁਖ ਕਲ ਵਿੱਚ ਪ੍ਰਗਟ ਹੋਆ ਛੋਟਾ, ਭਾਈ ਸਾਹਿਬ ਨੇ ਲਿਖਿਆ। ਇਹ ਛੋਟਾ ਲਫ਼ਜ਼ ਥੋੜ੍ਹਾ ਗੁਰਮੁਖ। ਗੁਰਮੁਖ ਬਹੁਤ ਵੱਡਾ ਹੈ। ਸੋ ਗੁਰਮੁਖ ਇੱਕ ਆਤਮਕ ਅਵਸਥਾ, ਜੀਵਨ, ਸੁਰਤ, ਸ਼ਬਦ ਸੁਮੇਲ ਵਾਲੀ ਰੂਹ ਦਾ ਨਾਂ ਹੈ, ਨਾ ਕਿ ਕਿਸੇ ਪ੍ਰਿੰਟ ਕੀਤੇ ਹੋਏ ਬੰਦੇ ਦਾ। ਗੁਸਤਾਖੀ ਮਾਫ। ਬਾਹਰੀ ਦਿਖਾਵੇ ਵਾਲੇ ਦਾ ਨਾਂ ਗੁਰਮੁਖ ਨਹੀਂ ਹੈ। ਬਾਹਰੀ ਦਿਖਾਵੇ ਵਾਲੇ ਤੁਹਾਨੂੰ ਬਹੁਤ ਦਿਸਣਗੇ, ਪਰ ਬਾਹਰੀ ਦਿਖਾਵੇ ਵਾਲੇ ਦਾ ਨਾਮ ਗੁਰਮੁਖ ਨਹੀਂ ਹੈ। ਇਸ ਲਈ ਜੇ ਕੋਈ ਐਸਾ ਹੈ ਨਾ, ਉਹਦੇ ਚਰਨ ਧੋ ਧੋ ਕੇ ਪੀ ਲਓ। ਮਤਲਬ ਕਹਿੰਦਾ ਤੁਸੀਂ ਸਰਵਣ ਕਰ ਲਿਆ, ਕਿਹੜੇ ਚਰਨ? ਉਹਦੀ ਸੰਗਤ ਕਰਨੀ, ਉਹਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ। ਇੱਦਾਂ ਬੈਠ ਕੇ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਜਦੋਂ ਅਸੀਂ ਇਸ ਤਰ੍ਹਾਂ ਦੀ ਵਿਚਾਰ ਕਰਾਂਗੇ, ਇਸ ਨੂੰ ਕਹਿੰਦੇ ਨੇ ਇੱਕ ਦੂਜੇ ਦੀ ਗੱਲ ਮੰਨਾਂਗੇ। ਸ਼ਬਦ ਦੀ ਵਿਚਾਰ ਰਾਹੀਂ ਇੱਕ ਦੂਜੇ ਦੀ ਗੱਲ ਮੰਨਾਂਗੇ, ਉਸ ਨੂੰ ਅਸੀਂ ਕਹਿ ਸਕਦੇ ਹਾਂ ਚਰਨ ਸਾਧ ਕੇ ਧੋਏ ਧੋਏ ਪੀਓ। ਸਾਧੇ ਹੋਏ ਦੀ ਸੰਗਤ ਕਰਨੀ ਚਰਨ ਧੋਣ ਦੇ ਬਰਾਬਰ ਹੈ ਜਾਂ ਪੀਣ ਦੇ ਬਰਾਬਰ ਹੈ। ਅਰਪ ਸਾਧ ਕੋ ਆਪਣਾ ਜੀਓ। ਸੋ ਜਿਹੜਾ ਐਸਾ ਮਨੁੱਖ ਹੈ, ਐਸਾ ਰੱਬ ਦਾ ਪਿਆਰਾ, ਸਾਧਿਆ ਹੋਇਆ, ਉਸ ਤੋਂ ਤੂੰ ਆਪਾ ਵਾਰ ਦੇ। ਮਤਲਬ ਮੇਰੇ ਵਿੱਚ ਜਿਹੜਾ ਮੈਂਪਨ ਹੈ, ਮੇਰੇ ਵਿੱਚ ਜਿਹੜੀ ਚਤੁਰਾਈ ਹੈ, ਮੇਰੇ ਵਿੱਚ ਜਿਹੜੀ ਜਾਣਕਾਰੀ ਹੈ, ਮੇਰੇ ਵਿੱਚ ਜਿਹੜੀ ਯੋਗਤਾ ਹੈ, ਉਸ ਨੂੰ ਕਹਿ ਦੇ ਵੀ ਮੇਰੇ ਵਿੱਚ ਕੁਛ ਨਹੀਂ। ਭਰਾਵਾ ਗੁਰੂ ਦੇ ਪਿਆਰਿਆ, ਮੇਰੇ ਵਿੱਚ ਕੁਛ ਨਹੀਂ, ਮੈਨੂੰ ਤੂੰ ਕੁਝ ਸੁਣਾ। ਜਿਹੜਾ ਸਿੱਖਣਾ ਚਾਹੁੰਦਾ ਹੈ ਨਾ, ਉਹ ਸੁਣਨ ਦੀ ਇੱਛਾ ਰੱਖਦਾ। ਧਿਆਨ ਦੇਣਾ, ਜਿਹੜਾ ਸਿੱਖਣਾ ਚਾਹੁੰਦਾ ਹੈ ਉਹ ਸੁਣਨ ਦੀ ਹਮੇਸ਼ਾ ਇੱਛਾ ਰੱਖੇਗਾ। ਜੋ ਸਿੱਖਣਾ ਨਹੀਂ ਚਾਹੁੰਦਾ ਉਹ ਸੁਣਾਉਣ ਦੀ ਇੱਛਾ ਰੱਖੇਗਾ। ਜੇ ਮੈਂ ਤੁਹਾਨੂੰ ਸੁਣਾ ਰਿਹਾ ਨਾ, ਮੇਰੇ ਅੰਦਰ ਬੜੀ ਪ੍ਰਬਲ ਇੱਛਾ ਸੁਣਨ ਦੀ ਵੀ ਹੋਣੀ ਚਾਹੀਦੀ ਹੈ, ਕੇਵਲ ਸੁਣਾਉਣ ਦੀ ਨਹੀਂ। ਇਸ ਕਰਕੇ ਜੋ ਸੁਣ ਰਿਹਾ ਹੈ, ਇਹਦਾ ਮਤਲਬ ਉਸ ਦੇ ਵਿੱਚ ਖਿੱਚ ਹੈ। ਦੂਸਰੇ ਨੂੰ ਉਹ ਆਪਣਾ ਜੀਓ,
दे रहा है, वार रहा है, वो तो कुर्बान हो रहा है। ਐਵੇਂ नहीं किसी ਨੂੰ सुन के वो मन रहा है, ਇਹਦਾ मतलब वो उसनों सत्कार दे रहा है, उसकी इज्जत कर रहा है। इनू कहते ने अरप साध को अपना जियो। जियो कोई पार्ट नहीं है, जिवें पहला बेनती की, मन कोई एक कोई जिवें वस्तु होंदी उस तरह नहीं है भी पार्ट है, उसनों सामने रख दिता जाए लपेट के या पैक करके। सो मन या जिंद पार्ट नहीं है। सो ये एक एहसास, एक भावना है, एक बहुत प्यारा विचार है, अंदरली सोझी है, अंदरला ज्ञान है, अंदरली समझ है, जिसनों कहते हैं समझ। अचेत चेत मन मेरे कथी संतन अकथ कहानी। उसनों महाराज जी कहते अपने आप नूं, अपनी सारी अंदरली चतुराई नूं छड्ड के ध्यान देना। असी दूसरे कोलों ज्ञान पता कदों लै सकते हैं? दुनिया का कोई भी बंदा, चाहे विद्वान होवे चाहे ज्ञानी होवे, जदों दूसरे नूं वो कुछ समझे, जो दूसरे नूं कुछ ना समझे वो कभी भी दूसरे कोलों ज्ञान नहीं लै सकता। ओदी कही हुई गल विच इंटरस्ट नहीं पैदा हो सकता, ओदी कही हुई गल विच इंटरस्ट नहीं पैदा हो सकता, क्योंकि निवेश गौरा होए किसी कोलों ज्ञान प्राप्त करन लगिया पहला अपने आप नूं अज्ञानी कहना पैंदा है, अपने आप नूं अज्ञानी समझना पैंदा है। तां जे मैं किसी नूं सुन रहा मैं कहांगा भी मैनूं तो ये चीज़ पता है, मैं क्यों सुना? इहदा मतलब मैं ज्ञानी हाँ, मैनूं की जरूरत है? जदों मैं समझांगा भी मैं अज्ञानी हाँ तो दूसरे दी चीज़ दे विच इंटरस्ट पैदा होएगा, और दुनिया का कोई भी चाहे बंदा ज्ञानी है, अज्ञानी ही ज्ञान की इच्छा रख सकता है, जो पहला ही जो जाने मैं भगत ज्ञानी ठाकर आगे तिल नहीं मानी, जो पहला ही ज्ञानी बन के तुरया, जो पहला ही ज्ञानी बन के तुरया, जिहड़ा कहंदा मैनू पता है, वो ज्ञान प्राप्त नहीं कर सकता, वो किसी को भी ज्ञान नहीं लै सकता, ना वो जड़ तो ना चेतन तो, ना सरगुण तो ना निर्गुण तो, वो किसी को भी ज्ञान प्राप्त नहीं लै सकता। ज्ञान लैण दे लई अपने आप नूं अज्ञानी घोषित करना पएगा। मैं ना ही प्रभ सब कुछ तेरा, इस करके फिर ही सानू ज्ञान जिहड़ा समझ आएगा, प्राप्ति होएगी। तो जे मैं समझांगा, हुण जो तुसी कुछ सुन रहे हो, अज्ञानी हो के किसी कोलों ज्ञान लै रहे हैं जां प्राप्त कीता, तां ही ये चीज़ इकट्ठी होई। जे मैं आखां भी मैनूं तो सब कुछ पता, मैनूं की किसी नूं सुनने की जरूरत है? मैनूं छोटे वड्डे तो ये तो कुछ भी नहीं है, मैं तो एडा वड्डा ज्ञानी है, विद्वान हाँ, मेरिया तो पुस्तकां लिखियां हुई, मैं उसनूं क्यों सुना? एक बहुत बड़ी बिरती वाला एक छोटी उम्र का कोई आने वाले समय में एडा को विद्वान बन जाए, उहदे मुकाबले कोई भी ना होवे, कि उसनूं इग्नोर करना अच्छी गल हो सकता? अज दा कोई बच्चा कौम का बहुत बड़ा विद्वान बन जाए, अज का कोई बच्चा कौम का हो सकता जथेदार बन जाए, कौम की अगवाई करने वाला बन जाए, किसी को पता कौन बन जाए, किहड़ा बच्चा आने वाले समय में PM CM बन जाए, किसी को कोई पता नहीं। इस करके योग्यता हर बंदे विच आउंदी है, किसी को अयोग नहीं समझना चाहिए। योग्यता हर बंदे विच हुंदी है, पहचानने वाली अख चाहिए है। योग ही योग्यता की कदर कर सकता है, योग्यता नूं योग ही समझ सकता है, सारे नहीं समझ सकते। योग्यता नूं योग ही व्यक्ति समझ सकता है, तो जो योग समझेगा उहदे विच भी योग्यता आएगी, ये नैचुरली है। जे मैं किसी को फॉलो कर रहे हैं, मेरे विच उहदे गुण आउणगे। जिवें पहली पंक्ति सी, चरण साध के धोए धोए पीओ। जदों मैं उहदी संगत कीती किसी रब दे प्यारे दी, उहदे गुण मेरे विच आउणे नैचुरली ने। मैं जिवें पहला भी कल भी बेनती की सी, असीं इत्थे बैठे हाँ, किसी ने सानू इंप्रैस किया, चाहे कोई सज्जन सी, चाहे कोई मित्र सी, रिश्तेदार सी, कोई साडा माँ बाप दे रूप रिश्तेदार दे रूप सी, असीं किसी द्वारा इंप्रैस हो के इस गुरु नानक दे घर दे नाल लगे हाँ। इस करके
चरण साध के धोते पियो अर्प साध को अपना जियो साध की धूर करो इशनान साध ही उपर जाइए कुर्बान। हुण ये पंक्ति आई है भी साध की धूर करो इशनान, उस दे पैरां दी खाक दे विच इशनान कर, ये पद अर्थ है। तो मैं पहला भी कह दिता भी गुरु नानक दे चरण इस वेले सरीरक रूप विच नहीं ने, वो इस वेले शब्द रूप दे विच हन। इस करके धूड़ी विच लुडंदड़ी सुहान नानक तैसै नाले, मतलब साध की धूर करो इशनान। जां होर सिंपल कर दिंदे आ, धूड़ मतलब धूड़ी, धूड़ी मतलब धूड़ना। ते पंजाबी विच बड़े प्यारे मुहावरे ने, मन दे उपर धूड़ना, किसी की गल नूं मन दे उपर लै लेना जां धूड़ लेना, मन लेना, इस नूं धूड़ना कहंदे ने। गुरु दे बचन नूं मन दे उपर धूड़ना, गुरमुखां दे बचनां नूं मन दे उपर धूड़ना। सो साध की धूर करो इशनान, कोई भी रब दा प्यारा कोई भी जन है जिसनूं बाणी विच लिखिया पातशाह ने, कोई जन हर्षों दिवै जोर, चरण गहो बको शुभ रसना दीजै प्राण अकोर। ऐसे रब दे प्यारियां दी जां इंज होर एक पंक्ति पढ़ लैने आ, धूड़ी कर इशनान माग मजन संग साधुआं, मतलब उन्हां दी संगत करके उन्हां दे बचनां नूं मन दे उपर धूड़ लेना, इनू धूड़ी इशनान कहंदे ने। धूड़ लेना बचनां नूं, इस नूं धूड़ी इशनान कहंदे हन, ना कि होर किसे मिट्टी दा नाम कोई धूड़ी इशनान है। मिट्टी का नाम धूड़ी इशनान नहीं, डुबकी लाउनी उसनूं इशनान नहीं केवल कहंदे ने, नहीं। अंदरों झूठे पैज बाहर दुनिया अंदर फैल 8-60 तीरथ जे नहावै, उधरे ना ही मैल जिन पट अंदर बाहर गुदड़, ते भले संसार तिन नेहो लगा रब, तिन नेहो लगा रब सिद्धि देखने विचार। रंग हसे रंग रोवे चुप पी कर जाए, परवाह ना ही किसे केरी बाज सचे ना है। इशनान जां धूड़ी इशनान उसनूं नहीं कहंदे जो मन विच साडे चलदा है। संगत विच आके बहना असल दे विच ये इशनान है जो असीं सवेरे कीता ना, 4 डब्बे पानी दे शरीर ते पाए ने। ये शरीर नूं ताज़ा करन दे लई, शरीर नूं फ्रैश करन दे लई, शरीर दी मल मैल लाउण दे लई एक किरिया है। मूत पलीती कपड़ होए दे साबून लईए ओ धोए, भरीए मत पापा के संग तो पहनावे रंग रंग। जिहड़ी मन दी मैल है वो शब्द विचार, गुरु ग्रंथ साहब जी की बाणी कथा कीर्तन तो बगैर कभी भी साफ नहीं हुंदा मन, कभी भी उतरदी नहीं। इस करके साध की धूर करो इशनान, और साधियां होयां दी संगत करके देखी मन हौला हो जाएगा, मैल लथ जाएगी। सच्ची गल है, तुसीं देखना जिन्हां ने प्रैक्टिकल किया होएगा उन्हां दी गल है। किसी भी गुरमुख की संगत पूर्ण जिहड़ा रब दा प्यारा है, जिहड़ा किसी की गल करदा नहीं, ध्यान देना, वो प्यारा है। जिहड़ा किसी की गल चुकदा ही नहीं वो प्यारा है, उन्होंने कहते ने रब दा प्यारा। जिहड़ा किसी की गल नहीं करता, केवल रब की गल करदा, ਉਹਦੇ ਕੋਲ ਬਹਿ ਜਾਣਾ ਚਾਹੀਦਾ। ਜਿਹੜਾ ਰੱਬ ਦੀ ਗੱਲ ਤੋਂ ਬਗੈਰ ਕੇਵਲ ਦੁਨਿਆਵੀ ਗੱਲ ਕਰੇ ਉਸ ਕੋਲੋਂ ਉੱਠ ਜਾਣਾ ਚਾਹੀਦਾ। ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਇਸ ਕਰਕੇ ਸਾਧ ਦੀ ਧੂਰ ਮਤਲਬ ਉਹਨਾਂ ਦੀ ਸੰਗਤ ਦੇ ਵਿੱਚੋਂ ਜਿਹੜੇ ਬਚਨ ਨਿਕਲਦੇ ਨੇ, ਜਿਹੜੇ ਗੁਣ ਨਿਕਲਦੇ ਨੇ, ਉਹਨਾਂ ਨੂੰ ਆਪਣੇ ਮਨ 'ਤੇ ਧੂੜ ਲੈ, ਵੇਖ ਲਈ ਜੀਵਨ ਕਿਵੇਂ ਦਾ ਲੱਗੇਗਾ। सच कहने मैं प्रैक्टिकल आपदे नाल साझा कर रहे हैं विचार। जद किसे रब दे प्यारे दी संगत मिली जब मिलती है, मन करदा भी जीण दा आनंद जिहा बनदा। हुण भी असीं जदों रोज़ गुरु दी शब्द विचार करते हैं, दिन भर ते झमेलियां दे विच गुजरना ही है। सच्ची गल है, कदी आ चक्कर, कदी ओह चक्कर, कदी ओह टेंशन, गृहस्थी लोक आउंदियां ने। पर जद तक ये पत्थर दिल, ये पत्थर जिहड़ा मन, जो तक पत्थर जल ठंडे शीतल जल विच पिया रहिंदा ना, सूरज की तपश तो बचिया रहिंदा है। जिन्ना चिर तुहाडे नाल विचार करदे आ तुसीं सुणदे ही हो। साडी सब दी अपनी अपनी बिरती है, तुहानूं तुहाडी दा पता, मैनूं मेरी दा पता है। भी यही अरदास मैं तो करदा हुंदा भी इदां दा जीवन महाराज जी अठे पैर बन जाए, सुध ही ना रहे। ये नहीं सुध ना रहे का मतलब भी मैं अपने फर्ज नहीं निभाने,
बस ये चीज़ जिहड़ी है सच्चे पातशाह मेहर कर दिओ। जिहड़े तुसीं रोज़ सानूं सुणाउंदे हो ना, आठ पहर आराधी है पूर्ण सतगुर ज्ञान, जदों ही किसी नूं मैं देखा उत्थों शब्द प्रगट होवे, जदों भी मैं किसी नूं मिला उत्थों प्रेम डुले, उत्थों ही तेरी याद बन जाए, शुरू हो जाए, बस अडोलता तां मिलेगी। इस करके साध ऊपर जाइए कुर्बान, सदके जा। महाराज जी कहते गुरमुख तो सदके वही, गुरमुख तो सदके भी, गुरमुख तो सदके गुर सिखां की हर धूड़ दे, हम पापी पी गत पाए। इत्थे गुर सिखां दी धूड़ गया, इत्थे होर किसी दी नहीं किया। गुरु भी शब्द गुरु ग्रंथ साहिब विच है, भगत भी, संत भी, साध भी, होर भी भगवान दे भी कई नाम ने। इत्थे क्या गुर सिखां, गुरसिख उहनूं कहंदा जिहड़ा गुरु दा कहंदे ने, जिहड़ा गुरु दा सिख हुंदा। महाराज जी ने इत्थों तक कह दिता गुर सिखां की हर धूड़ दे। आओ रब दे प्यारिओ, रब दी कीर्ति करो। गुरु अर्जन देव जी कहंदे सत्ते बलवंड नूं गुरु सिखो आओ, सच्चे पातशाह दे गुण गाओ। उन्हां दे कोल कोई कमी है गुरु अर्जन देव पातशाह दे पास? पर वो सुनना चाहुंदे ने गुरसिखां नूं, वो मिलना चाहुंदे ने गुरसिखां नूं, वो गुरसिखां नूं वडियाई देना चाहुंदे ने, वो गुरसिखां नूं बच्चे बनाने, अपने पुत्र बना के तारना चाहुंदे ने भी मेरे पुत्र तरनगे, अग्गेों इन्हां दीयां कुलां कुटुंब भी तरनगे। होर गुरु तो तरिया ही तरिया, गुरु ने साडे कोलों थोड़ो तरना, असीं गुरु कोलों तरना। गुरु सानूं आवाज़ दिंदा आओ जो आओ, सिख सतगुर के प्यारिओ गावो सच्ची बाणी, आजो पढ़ लो, सुन लो, मन लो, पछताओगे नहीं ते। न्याणे नूं कहीदा ना ओए मन लो गल पछताओगे, राम सिमर पछताएगा मन। बस जिवें असीं कहंदे आ ना न्याणिਆਂ ਨੂੰ, ना मन खरूद करी जा, मर्जी करी जा काका पछताएगा एक दिन। कहने आ ना, कौन कहते? असीं कहने आ ना, ते महाराज जी भी कहते हैं, भगत जी भी कहते राम सिमर पछताएगा मन, पापी जिया लोभ करदा है आज काल उठ जाएगा। इस करके ना इधर आ बड़ियां प्यारियां पंक्तियां देखो। मैं गुरु की किरपा दे नाल तुहाडे नाल जो सांझ पा रहा, कदी सोचिया भी नहीं हुंदा इन्नी डूंगी प्यारी विचार वल महाराज जी लैके जाणगे। यही शक्ति की समझ नहीं लगती, इसे कृपा की समझ नहीं लगती भी वो एडा वड्डा ज्ञान किस प्रकार अंदरों पैदा करके तुहानू सानू सुना देंदे ने। महाराज जी छोटी बुद्धि है कोई गल नहीं, पर साडा मालक तो वड्डा है ना, फिर की है छोटी बुद्धि है मन के चलते हैं, पर मालक वड्डा है साडा। उसने फिर छोटी नूं छोटी नहीं रहन देना, उसने छोटे नूं छोटा नहीं रहन देना। जो हाथ रखता है ना सच्चे पातशाह, फिर छोटे थोड़ा रहन दिंदा, फिर तो बहुत वड्डा बना दिंदा है। वो तो अपने कोल बिठा लेंदा है, जिस पास बैठे हैं सोई है। सो बड़ी प्यारी पंक्ति, साध दे उपर जाइए कुर्बान, रब दे प्यारे गुरमुख तो सदके जाया कर। सदके अखरां नाल नहीं, उसदी इज्जत भी करनी है। अखरां दे नाल नहीं जी जी कहना, अखरां दे नाल नहीं माँ जी मम्मी जी डैडी जी कहना, इज्जत भी करनी है, ਉਹਦੀ गल भी मननी है। जो कहना ना बजुर्गों ने उन्होंने मनना भी पैना। कला डैडी जी पिता जी भी लोग बहुत करते हैं, गल तो मनण दी है ना, भी वो गल भी मनती है। इस करके जे कोई गुरमुख नूं शाबाश कहना, सत्कार करना, तो उसकी इज्जत उसकी रिस्पैक्ट करनी है, सोच समझ के बोलना, चबड़ नहीं बोलना, ठेठ पंजाबी का लफज है, गुस्सा ना करना। जो आदत पई हुई है सारियां नाल इक्को ढंग दी बोल, बंदा को बंदा असी खुद ही कहने ने देख लेना चाहिए। साडे अल्फाज जिहड़े ना सारियां लई इक्को वर्गे नहीं होने चाहिए, बंदा को बंदा देख लेना चाहिए। जो गलबात असी जवाई दे नाल जां कुड़म दे नाल करदे आ ना, वो घर दे नौकर दे नाल जो बिहेवियर करदे उहदे नाल नहीं करदे।
ਜਾਂ ਆਪਣੇ ਵੱਡੇ ਜਨ ਨਾਲ ਜੋ ਅਸੀਂ ਗੱਲਬਾਤ ਕਰਦੇ ਹਾਂ ਉਹ ਆਪਣੇ ਬਰਾਬਰ ਵਾਲੇ ਦੇ ਨਾਲ ਜੋ ਕਰਦੇ ਹਾਂ ਉਹ ਵੱਡੇ ਨਾਲ ਨਹੀਂ ਕਰਦੇ। ਇਸ ਕਰਕੇ ਦੇਖ ਕੇ ਅਗਲੇ ਬੰਦੇ ਨੂੰ ਦੇਖ ਕੇ ਇਹ ਕਿਸ ਤਰ੍ਹਾਂ ਦੀ ਬਿਰਤੀ ਵਾਲਾ ਹੈ ਉਸ ਤਰ੍ਹਾਂ ਦੀ ਗੱਲ ਹੀ ਕੀਤੀ ਜਾਏ, ਉਸ ਤਰ੍ਹਾਂ ਦੀ ਹੀ ਗੱਲ ਛੇੜੀ ਜਾਏ। ਸੋ ਮਹਾਰਾਜ ਜੀ ਕਹਿੰਦੇ ਇਹ ਤੇ ਸਮਝ ਜਿਹੜੀ ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ, ਨਹੀਂ ਤੇ ਆਮ ਬੰਦੇ ਨੂੰ ਸਮਝ ਨਹੀਂ ਲੱਗਦੀ ਕਿਸੇ ਨਾਲ ਕੀ ਗੱਲ ਕਰਨੀ। ਵੈਸੇ ਸਾਰੇ ਅਸੀਂ ਸਿਆਣੇ ਹਾਂ, ਕਦੋਂ ਕੀ ਬੋਲਣਾ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਬਿਹਤਰ ਨਹੀਂ ਕੋਈ ਦੱਸ ਸਕਦਾ। ਮੈਂ ਤੇ ਪੰਚਾਇਤਾਂ ਦੇ ਪਰੇ ਵਿੱਚ ਵੀ ਸੁਣਿਆ ਬੜੇ ਜਿਹੜੇ ਵੱਡੇ ਆਪਣੇ ਆਪ ਨੂੰ ਲੀਡਰ ਮੰਨਦੇ ਨੇ ਉਹਨਾਂ ਨੂੰ ਵੀ ਚੁੱਪ ਕਰਾਉਂਦਿਆਂ ਨੂੰ, ਸੀਨੀਅਰ ਨੂੰ ਸੁਣਿਆ ਉਹ ਚੁੱਪ ਕਰਕੇ ਬਹਿ ਜਾਓ ਬਜ਼ੁਰਗਾ, ਦਾੜਾ ਤੇਰਾ ਚਿੱਟਾ ਤੇ ਗੱਲ ਤੂੰ ਕਿਸੇ ਕੰਮ ਦੀ ਨਹੀਂ ਕੀਤੀ। ਮੈਂ ਕੰਨਾਂ ਨਾਲ ਸੁਣਿਆ ਹੈ ਤੇ ਤੂੰ ਬੜਾ ਮੋਹਤਵਾਰ ਬੰਦਾ ਪਰ ਤੈਨੂੰ ਗੱਲ ਕਰਨੀ ਨਹੀਂ ਆਈ, ਇਹ ਮੈਂ ਸੁਣਿਆ। ਇਸ ਕਰਕੇ ਇਹਦਾ ਮਤਲਬ ਦੇਖ ਕੇ ਬੋਲਣਾ ਚਾਹੀਦਾ, ਇਹ ਨਹੀਂ ਵੀ ਬੋਲ ਦਿੱਤਾ ਤੇ ਮੁੜ ਕੇ ਫਿਰ ਕੀ ਮਿਲਿਆ, ਕੁਛ ਵੀ ਨਹੀਂ, ਸ਼ਰਮਿੰਦਗੀ ਮਿਲੀ। ਸੋ ਜੇ ਕੋਈ ਗੁਰੂ ਦਾ ਪਿਆਰਾ ਹੈ ਤੇ ਉਸਦਾ ਸਤਿਕਾਰ ਇੱਜ਼ਤ ਮਾਣ ਮਹਾਰਾਜ ਜੀ ਕਹਿੰਦੇ ਕਰਨੀ ਚਾਹੀਦੀ ਹੈ। ਸਾਧ ਸੇਵਾ ਵੱਡ ਭਾਗੀ ਪਾਈ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਜਾਂ ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਸੇਵਾ ਜਿਹੜਾ ਸਤਿਗੁਰ ਦਾ ਪਿਆਰਾ ਹੁੰਦਾ ਨਾ, ਰੱਬ ਦਾ ਪਿਆਰਾ ਹੁੰਦਾ, ਉਹ ਸੇਵਾ ਕਰਾਉਣੀ ਨਹੀਂ ਚਾਹੁੰਦਾ। ਧਿਆਨ ਦੇਣਾ, ਜਿਹੜਾ ਕਰਾਉਣੀ ਚਾਹੁੰਦਾ ਹੈ ਨਾ ਉਹ ਪਿਆਰਾ ਨਹੀਂ। ਜੋ ਸੇਵਾ ਕਰਾਉਣ ਦੀ ਇੱਛਾ ਰੱਖਦਾ, ਧਿਆਨ ਦੇਣਾ, ਉਹ ਪਿਆਰਾ ਨਹੀਂ। ਜੋ ਕਰਵਾਉਣਾ ਨਹੀਂ ਚਾਹੁੰਦਾ ਉਹ ਪਿਆਰਾ ਹੈ। ਤੇ ਹੁਣ ਸਾਡੇ ਕੋਲ ਇੱਕ ਸਵੱਟੀ ਹੈ, ਪਿਆਰਾ ਕਿਹੜਾ ਤੇ ਨਹੀਂ ਪਿਆਰਾ ਕਿਹੜਾ, ਇਹ ਵੀ ਗੁਰਬਾਣੀ ਤੋਂ ਮਿਲੇਗੀ। ਮਹਾਰਾਜ ਜੀ ਕਹਿੰਦੇ ਸੇਵਾ ਕਰਨੀ ਚਾਹੀਦੀ ਹੈ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨੀ ਚਾਹੀਦੀ। ਸਾਧ ਸੇਵਾ ਵੱਡ ਭਾਗੀ ਪਾਈ ਹੈ, ਬੜੇ ਭਾਗਾਂ ਦੇ ਨਾਲ ਮਿਲਦੀ ਹੈ। ਸਾਧ ਸੰਗ ਹਰ ਕੀਰਤਨ ਗਾਈ ਹੈ, ਉਹਨਾਂ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ, ਸੁਣਨੀ ਚਾਹੀਦੀ ਹੈ। ਉਹਨਾਂ ਦੀ ਸੰਗਤ ਕਰਕੇ ਸਿਫਤ ਸਲਾਹ ਕਰਨੀ ਤੇ ਸੁਣਨੀ ਚਾਹੀਦੀ ਹੈ। ਕਿਛ ਸੁਣੀਏ ਕਿਛ ਕਹੀਏ, ਆਖਰੀ ਪੰਕਤੀ, ਅਨਕ ਬਿਗਨ ਤੇ ਸਾਧੂ ਰਾਖੇ। ਫਿਰ ਮਹਾਰਾਜ ਜੀ ਕਹਿੰਦੇ ਜੇ ਤੂੰ ਸੰਗਤ ਉਸ ਦੀ ਕੀਤੀ ਹੋਏਗੀ, ਜੀਵਨ ਦੇ ਵਿੱਚ ਬਹੁਤ ਜ਼ਿਆਦਾ ਕਠਿਨਾਈਆਂ ਤੇ ਔਕੜਾਂ ਤੋਂ ਬਚ ਜਾਏਗਾ, ਅਨਕ ਬਿਘਨਾ ਤੋਂ ਬਚ ਜਾਏਗਾ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਉਹ ਪ੍ਰਭੂ ਦੇ ਗੁਣ ਗਾ ਕੇ ਅੰਮ੍ਰਿਤ ਦਾ ਸਵਾਦ ਤੂੰ ਮਾਣ ਸਕਦਾ, ਉਸਨੇ ਵੀ ਮਾਣਿਆ, ਤੂੰ ਵੀ ਮਾਣ ਸਕਦਾ। ਓਟ ਗਈ ਸੰਤੇ ਦਰਿਆਇਆ। ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇੱਕ ਆਸਰਾ ਮਿਲ ਜਾਂਦਾ ਔਰ ਆਸਰੇ ਨੂੰ ਫਿਰ ਕਦੀ ਵੀ ਨਿਰਾਸ਼ ਨਹੀਂ ਹੋਣਾ ਪੈਂਦਾ। ਸਰਬ ਸੁਖ ਨਾਨਕ ਤਹਿ ਪਾਇਆ। ਸਾਰੇ ਸੁੱਖ ਜਿਹੜੇ ਨੇ ਉਹ ਨਾਨਕ ਦੇ ਘਰ ਤੋਂ, ਨਾਨਕ ਦੇ ਦਰ ਤੋਂ ਪਾ ਲਏ। ਇਹ ਸੀ ਅੱਜ ਦੇ ਸ਼ਬਦ ਦੀ ਲੜੀਵਾਰ ਵਿਚਾਰ ਜੋ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।